ਆਦ ਕੀਆਂ ਕਥਾ ਕਹਾਣੀਆਂ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਨਾਸਰੋ ਮਨਸੂਰ ਗੁਰ ਗੋਬਿੰਦ ਸਿੰਘ ਏਜ ਦੀ ਮਨਜ਼ੂਰ ਗੁਰ ਗੋਬਿੰਦ ਸਿੰਘ। ਹਕ ਹਕ ਅੰਦੇਸ ਗੁਰ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰ ਗੋਬਿੰਦ ਸਿੰਘ। ਕਾਬਲੇ ਅਦਬ ਪਰਮ ਸਨਮਾਨਯੋਗ ਛਤਰ ਚਵਰ ਤਖਤ ਦੇ ਮਾਲਕ ਸਾਹਿਬ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਮਹਾਨ ਬਖਸ਼ਿਸ਼ ਸਦਕਾ ਅੱਜ ਆਪਾਂ ਕਲਗੀਧਰ ਪਿਤਾ ਸਾਹਿਬੇ ਕਮਾਲ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਹੁਣਾਂ ਦੇ ਪਾਵਨ ਪਵਿੱਤਰ ਪ੍ਰਕਾਸ਼ ਦਿਹਾੜੇ ਦੇ ਸੰਬੰਧ ਵਿੱਚ ਵਿਚਾਰ ਸਾਂਝੇ ਕਰਾਂਗੇ। ਉਸ ਇਤਿਹਾਸ ਨੂੰ ਜਾਣਨ ਦਾ ਯਤਨ ਕਰਾਂਗੇ। ਕਰੋ ਕਿਰਪਾ, ਬਖਸ਼ੋ ਅਸੀਸ। ਵਿਚਾਰਾਂ ਦੀ ਪ੍ਰਾਰੰਭਤਾ ਕਰਨ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ। ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਸਤਿਗੁਰਾਂ ਦੇ ਜਦੋਂ ਅਸੀਂ ਪ੍ਰਕਾਸ਼ ਦੀ ਬਾਤ ਕਰਾਂਗੇ ਤੇ ਆਪਾਂ ਬਚਨ ਪੜ੍ਹਦੇ ਹਾਂ, ਵੈ ਪ੍ਰਗਟਿਓ ਮਰਦ ਅਗੰਮੜਾ ਵਰਿਆਮ ਅਕੇਲਾ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਤੋ ਮਹਾਰਾਜ ਜੀ ਨੇ ਜਦੋਂ ਆਪਣੇ ਸੰਸਾਰ ਤੇ ਆਮਦ ਦੀ ਬਾਤ ਕੀਤੀ ਹੈ ਤੇ ਆਪਾਂ ਬਚਨ ਪੜ੍ਹਦੇ ਹਾਂ ਸਤਿਗੁਰਾਂ ਦੇ ਧੰਨ ਗੁਰੂ ਕਲਗੀਧਰ ਸਾਹਿਬ ਮਹਾਰਾਜ ਜੀ ਦੇ ਆਪਣੇ ਲਿਖੇ ਹੋਏ, ਜਿਸ ਨੂੰ ਅਸੀਂ ਆਤਮ ਕਥਾ ਆਟੋਬਾਇਓਗ੍ਰਾਫੀ ਕਹਿੰਦੇ ਹਾਂ। ਮਹਾਰਾਜ ਜੀ ਨੇ ਬਚਨ ਲਿਖਿਆ ਕਿ ਹੇਮਕੁੰਟ ਪਰਬਤ ਹੈ ਜਹਾਂ ਸਪਤ ਸ਼੍ਰਿੰਗ ਸੋਭਤ ਹੈ ਤਹਾਂ। ਔਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜਦੋਂ ਉਸ ਅਸਥਾਨ ਦਾ ਉਸ ਥਾਂ ਦਾ ਜ਼ਿਕਰ ਕੀਤਾ ਤਾਂ ਉੱਥੇ ਇੱਕ ਬਚਨ ਇਹ ਵੀ ਵਰਤਿਆ ਕਿ ਤੈ ਹਮ ਅਨਕ ਤਪੱਸਿਆ ਸਾਧੀ। ਕਹਿੰਦੇ ਅਸੀਂ ਉੱਥੇ ਮਾਲਕ ਦੀ ਇਬਾਦਤ ਵਿੱਚ ਜੁੜੇ। ਮਹਾਕਾਲ ਕਾ ਕਾਲ ਅਰਾਧੀ, ਕਹਿੰਦੇ ਕਾਲ ਦਾ ਮਹਾਕਾਲ ਜੋ ਪਰਮੇਸ਼ਰ ਅਕਾਲ ਪੁਰਖ ਹੈ ਉਹਦੇ ਅਰਾਧੀ ਬਣੇ, ਉਹਦਾ ਅਰਾਧਨ ਕਰਨ ਵਾਲੇ। ਔਰ ਉਸ ਮਾਲਕ ਦੇ ਚਰਨਾਂ ਵਿੱਚ ਚਿੱਤ ਜੋੜ ਕੇ ਇੱਕ ਭਗਤੀ ਉਹਨਾਂ ਨੇ ਆਪਣੀ ਕਹੀ। ਦੂਸਰਾ ਉਹਨਾਂ ਨੇ ਇਹ ਵੀ ਨਾਲ ਲਿਖਿਆ ਕਿ ਸਾਡੇ ਮਾਤਾ ਪਿਤਾ ਨੇ ਵੀ ਬੜਾ ਵੱਡਾ ਅਰਾਧਨ ਕੀਤਾ, ਬੜੀ ਵੱਡੀ ਇਬਾਦਤ ਕੀਤੀ। ਤਾਂ ਉਹਦਾ ਫਿਰ ਜ਼ਿਕਰ ਜਦੋਂ ਅਸੀਂ ਪੜ੍ਹਾਂਗੇ, ਸਰਵ ਪ੍ਰਥਮ ਇਹ ਸਮਝਣਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਆਨੰਦ ਕਾਰਜ ਕਰਤਾਰਪੁਰ ਸਾਹਿਬ ਜਲੰਧਰ ਦੇ ਨੇੜੇ ਦੁਆਬੇ ਦੀ ਧਰਤੀ 'ਤੇ ਜੋ ਪੰਜਵੇਂ ਪਾਤਸ਼ਾਹ ਮਹਾਰਾਜ ਨੇ ਕਰਤਾਰਪੁਰ ਸਾਹਿਬ ਵਸਾਇਆ, ਉਸ ਧਰਤ ਦੇ ਉੱਤੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਹੁਣਾਂ ਦਾ ਆਨੰਦ ਕਾਰਜ ਭਾਈ ਲਾਲ ਚੰਦ ਔਰ ਮਾਤਾ ਬਿਸ਼ਨ ਕੋਇਰ ਤਿੰਨਾਂ ਦੇ ਸਤਿਕਾਰਯੋਗ ਧੀ, ਸਾਡੀ ਸਤਿਕਾਰਯੋਗ ਮਾਂ ਧੰਨ ਮਾਤਾ ਗੁਜਰੀ ਜੀ ਹੁਣਾਂ ਨਾਲ ਹੋਇਆ। ਔਰ ਇਹ ਸਮਾਂ 1632-33 ਦਾ ਹੈ। ਪਰ ਕਲਗੀਧਰ ਪਾਤਸ਼ਾਹ ਮਹਾਰਾਜ ਦਾ ਜਿਹੜਾ ਪ੍ਰਕਾਸ਼ ਆ ਉਹ 1666 ਵਿੱਚ ਜਾ ਕੇ ਹੁੰਦਾ। ਇਹਨੂੰ ਹੁਣ ਜ਼ਰੂਰ ਗੁਰਮੁਖੋ ਗੁਰੂ ਕੇ ਪਿਆਰਿਓ ਸਮਝਣਾ ਕਿ ਆਨੰਦ ਕਾਰਜ ਤੋਂ 32-33 ਸਾਲ ਬਾਅਦ ਜਾ ਕੇ ਸਤਿਗੁਰਾਂ ਦੇ ਘਰ ਸੰਤਾਨ ਦੀ ਆਮਦ ਹੋਈ ਹੈ। ਇੰਨਾ ਸਮਾਂ ਜਿਹੜਾ ਹੈ ਤੋ ਉਹਦੇ ਲਈ ਫਿਰ ਮਹਾਰਾਜ ਧੰਨ ਗੁਰੂ ਕਲਗੀਧਰ ਸਾਹਿਬ ਆਪ ਇਹ ਬਚਨ ਲਿਖਦੇ ਹੈ ਕਿ ਤਾਤ ਮਾਤ ਮੁਰ ਅਲਖ ਅਰਾਧਾ। ਕਹਿੰਦੇ ਸਾਡੇ ਤਾਤ ਪਿਤਾ ਜੀ ਨੇ, ਮਾਤ ਸਾਡੇ ਮਾਤਾ ਜੀ ਨੇ ਉਸ ਅਲਖ ਨਾ ਲਖੇ ਜਾਣ ਵਾਲੇ ਪਰਮੇਸ਼ਰ ਅਕਾਲ ਪੁਰਖ ਦੀ ਆਰਾਧਨਾ ਕੀਤੀ, ਇਬਾਦਤ ਕੀਤੀ। ਔਰ ਜਿਸ ਵੇਲੇ 1644 ਵਿੱਚ ਕੀਰਤਪੁਰ ਸਾਹਿਬ ਦੀ ਧਰਤੀ 'ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇੱਕ ਫੈਸਲਾ ਕੀਤਾ ਕਿ ਗੁਰਤਾ ਗੱਦੀ ਦੀ ਦਾਤ ਉਹ ਆਪਣੇ ਪੋਤਰੇ ਬਾਬਾ ਗੁਰਦਿੱਤਾ ਜੀ ਹੁਣਾਂ ਦੇ ਸਪੁੱਤਰ ਧੰਨ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਨੂੰ ਬਖਸ਼ਣਗੇ। ਤਾਂ ਮਾਤਾ ਨਾਨਕੀ ਜੀ ਹੋਣਾ ਨੇ ਜਿੱਥੇ ਇੱਕ ਮਾਂ ਹੋਣ ਦੇ ਨਾਤੇ ਆਖਿਆ
ਪਤੀ ਗੁਰਦੇਵ ਆਪ ਜੀ ਦਾ ਫੈਸਲਾ ਜਿਹਦੇ ਉੱਤੇ ਕੋਈ ਕਿੰਤੂ ਨਹੀਂ ਕਰ ਸਕਦਾ, ਲੇਕਿਨ ਮੇਰਾ ਸਪੁੱਤਰ ਆਪ ਜੀ ਦਾ ਬੱਚਾ, ਉਹਨਾਂ ਦੇ ਉੱਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਉੱਥੇ ਫਿਰ 3 ਦਾਤਾਂ ਬਖਸ਼ਿਸ਼ ਕੀਤੀਆਂ ਤੇ ਨਾਲ ਆਖਿਆ ਬਾਬਾ ਬਕਾਲਾ ਸਾਹਿਬ ਚਲੇ ਜਾਓ। ਇੱਕ ਮਹਾਰਾਜ ਜੀ ਨੇ ਰੁਮਾਲ ਦਿੱਤਾ ਤੇ ਆਖਿਆ ਇਹ ਸਾਡੇ ਸਪੁੱਤਰ ਨੂੰ ਦਵੀਂ, ਔਰ ਉਹੀ ਰੁਮਾਲ ਗੁਰੂ ਕੇ ਪਿਆਰੇ ਕਹਿੰਦੇ ਮਾਲਕ ਨੇ ਐਸਾ ਆਰਾਧਨ ਕੀਤਾ। 3 ਚੀਜ਼ਾਂ ਹੁੰਦੀਆਂ, ਪੁੱਤਰ ਹੁੰਦਾ ਹੈ, ਸਪੁੱਤਰ ਹੁੰਦਾ ਹੈ, ਤੀਸਰਾ ਹੁੰਦਾ ਕਪੁੱਤਰ। ਜਦੋਂ ਪੁੱਤਰ ਦੀ ਗੱਲ ਆਪਾਂ ਕਹਿੰਦੇ ਪੁੱਤਰ ਹੈ ਸਿੰਪਲ ਰੂਪ ਦੇ ਵਿੱਚ ਜੋ ਬਾਪ ਦਾਦੇ ਨੇ ਬਣਾਇਆ ਉਹਨੂੰ ਖਾਂਦਾ ਹੈ, ਚਲਾਉਂਦਾ ਹੈ, ਨਾ ਘਟਾਉਂਦਾ ਆ ਨਾ ਵਧਾਉਂਦਾ ਆ, ਉਹਨੂੰ ਪੁੱਤਰ ਕਹਿੰਦੇ ਆ ਸਿੰਪਲ ਲਫ਼ਜ਼ਾਂ ਦੇ ਵਿੱਚ, ਸੌਖੇ ਭਾਸ਼ਾ ਵਿੱਚ, ਕਿ ਜਿਹਨੇ ਜੋ ਕੁਝ ਉਹਨੂੰ ਵਿਰਸੇ ਵਿੱਚ ਮਿਲਿਆ ਉਹਨੂੰ ਨਾ ਵਧਾਇਆ ਤੇ ਨਾ ਘਟਾਇਆ, ਉਹਨੂੰ ਕਹਿੰਦੇ ਜੀ ਇਹ ਪੁੱਤਰ ਹੈ। ਉਹਦੇ ਤੋਂ ਬਾਅਦ ਜਦੋਂ ਸਪੁੱਤਰ ਦੀ ਗੱਲ ਆਉਂਦੀ ਹੈ, ਸਪੁੱਤਰ ਉਦੋਂ ਬਣਦਾ ਹੈ ਕਿ ਜਿਹਨੇ ਜੋ ਕੁਝ ਉਹਨੂੰ ਵਿਰਸੇ ਵਿੱਚ ਮਾਂ-ਬਾਪ ਪਿਓ ਦਾਦੇ ਤੋਂ ਪ੍ਰਾਪਤ ਹੋਇਆ ਉਹ ਤਾਂ ਸੰਭਾਲਿਆ ਹੀ ਸੰਭਾਲਿਆ, ਲੇਕਿਨ ਉਹਦੇ ਵਿੱਚ ਸਗੋਂ ਹੋਰ ਵਾਧਾ ਕੀਤਾ, ਉਹਨੂੰ ਹੋਰ ਜ਼ਿਆਦਾ ਵਧਾਇਆ ਹੈ, ਉਹਨੂੰ ਕਹਿੰਦੇ ਆ ਸਪੁੱਤਰ। ਔਰ ਤੀਸਰਾ ਹੈ ਕਪੁੱਤਰ। ਕਪੁੱਤਰ ਦਾ ਭਾਵ ਇਹ ਹੈ ਕਿ ਜੋ ਕੁਝ ਪ੍ਰਾਪਤ ਸੀ, ਜੋ ਕੁਝ ਪਹਿਲਾਂ ਸੀ, ਉਹਨੂੰ ਵਧਾਉਣਾ ਤਾਂ ਕੀ ਸੀ, ਸਗੋਂ ਜਿਹੜਾ ਕੁਝ ਹੈ ਸੀ ਉਹ ਵੀ ਖੇ ਖਰਾਬ ਕਰ ਦਿੱਤਾ, ਭਾਵ ਕਿ ਉਹ ਵੀ ਖਾ ਗਿਆ, ਉਹਨੂੰ ਕਪੁੱਤਰ ਕਹਿੰਦੇ। ਹੁਣ ਜਦੋਂ ਇਹ ਮਹਾਰਾਜ ਜੀ ਨੂੰ ਰੁਮਾਲ ਦਿੱਤਾ ਤਾਂ ਕਹਿੰਦੇ ਉਹਨਾਂ ਨੇ ਰੱਦ ਨੇ ਐਸੀ ਇਬਾਦਤ ਕੀਤੀ ਕਿ ਉਹ ਰੁਮਾਲ ਹੀ ਚਾਦਰ ਬਣ ਗਿਆ, ਜਿਹੜਾ ਮਹਾਰਾਜ ਜੀ ਨੇ ਇਸ ਦੇਸ਼ ਦੀ, ਹਿੰਦੁਸਤਾਨ ਦੀ ਨੰਗੀ ਹੁੰਦੀ ਪੱਤ ਨੂੰ ਮਹਾਰਾਜ ਨੇ ਉਸ ਚਾਦਰ ਨਾਲ ਢੱਕ ਲਿਆ। ਪ੍ਰਗਟ ਭਏ ਗੁਰੂ ਤੇਗ ਬਹਾਦਰ ਸਗਲ ਸ੍ਰਿਸ਼ਟ ਪੈ ਢਾਪੀ, ਚਾਦਰ ਕਰਮ ਧਰਮ ਕੀ ਜਿਨ ਪਤ ਰਾਖੀ, ਅਟਲ ਕਰੀ ਕਲ ਯੁਗ ਮੈਂ ਸਾਖੀ। ਉਹਦੇ ਤੋਂ ਬਾਅਦ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮਾਤਾ ਨਾਨਕੀ ਜੀ, ਜੋ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਹੋਣਾ ਦੇ ਮਾਤਾ ਜੀ ਨੇ, ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਹਿਲ ਨੇ। ਇੱਕ ਬੇਬੇ ਨਾਨਕੀ ਹੈ ਜੋ ਗੁਰੂ ਨਾਨਕ ਸਾਹਿਬ ਦੇ ਭੈਣ ਜੀ ਨੇ, ਔਰ ਇੱਕ ਮਾਤਾ ਨਾਨਕੀ ਜੋ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਮਾਤਾ ਜੀ ਨੇ ਔਰ ਗੁਰੂ ਹਰਗੋਬਿੰਦ ਸਾਹਿਬ ਦੇ ਸੁਪਤਨੀ ਨੇ, ਜਿਨ੍ਹਾਂ ਦਾ ਪੇਕਾ ਪਿੰਡ ਹੈ ਬਾਬਾ ਬਕਾਲਾ ਸਾਹਿਬ। ਤਾਂ ਉਹਨਾਂ ਨੂੰ ਦੂਸਰੀ ਚੀਜ਼ ਜਿਹੜੀ ਹੈ ਇੱਕ ਪੋਥੀ ਸਾਹਿਬ ਦਿੱਤੀ, ਆਖੇ ਸਾਡੀ ਨਹੁੰ ਰਾਣੀ ਨੂੰ ਦਵੀਂ, ਗੁਰਬਾਣੀ ਹਰ ਔਖੇ ਵੇਲੇ ਦੇ ਉੱਤੇ ਆਸਰਾ ਬਣਦੀ ਹੈ। ਤੇ ਕਹਿੰਦੇ ਉਹੋ ਹੀ ਬਾਣੀ ਸੀ ਜਿਸ ਨੇ ਮਾਤਾ ਗੁਜਰੀ ਜੀ ਨੂੰ ਠੰਡੇ ਬੁਰਜ ਵਿੱਚ ਬੈਠ ਕੇ ਵੀ ਡੋਲਣ ਨਹੀਂ ਦਿੱਤਾ, ਔਰ ਪੋਤਿਆਂ ਨੂੰ ਐਸਾ ਨਿੱਘ ਬਾਣੀ ਦਾ ਬਖਸ਼ਿਆ ਕਿ ਉਹ ਨੀਹਾਂ ਵਿੱਚ ਖੜੋ ਕੇ ਵੀ ਕਿਤੇ ਡੋਲੇ ਨਹੀਂ। ਤੀਸਰਾ ਇੱਕ ਕਟਾਰ ਦਿੱਤੀ, ਆਖਿਆ ਸਾਡੇ ਪੋਤਰੇ ਨੂੰ ਦਵੀਂ। ਜਦੋਂ ਪੋਤਰਾ ਸ਼ਬਦ ਵਰਤਿਆ ਤੇ ਮਾਤਾ ਨਾਨਕੀ ਨੇ ਇੱਕੇ ਦਾ ਮੁੱਖ ਉੱਪਰ ਕਰਕੇ, ਕਿਉਂਕਿ ਅਜੇ ਤੱਕ ਘਰ ਦੇ ਵਿੱਚ ਕੋਈ ਧੀ ਪੁੱਤ ਹੈ ਨਹੀਂ ਸੀ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ 1644 32-33 ਦਾ ਆਨੰਦ ਕਾਰਜ ਹੋਇਆ ਤੇ 10 ਸਾਲ ਤੋਂ 12 ਉੱਪਰ ਟੱਪ ਗਏ, ਅਜੇ ਤੱਕ ਘਰ ਵਿੱਚ ਸੰਤਾਨ ਨਹੀਂ। ਪਰ ਅੱਜ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ 12 ਸਾਲਾਂ ਬਾਅਦ ਇਹ ਬਚਨ ਕਿਹਾ ਕਿ ਸਾਡੇ ਪੋਤਰੇ ਨੂੰ ਦਵੀਂ, ਜਦੋਂ ਮਾਤਾ ਨਾਨਕੀ ਨੂੰ ਪ੍ਰਮੁੱਖ ਕਰਕੇ ਵੇਖਿਆ ਵੀ ਪੋਤਰਾ, ਮਹਾਰਾਜ ਕਹਿੰਦੇ ਹਾਂ ਇਹੋ ਜਿਹਾ ਯੋਧਾ, ਇਹੋ ਜਿਹਾ ਸੂਰਮਾ ਪ੍ਰਗਟ ਹੋਏਗਾ ਗੁਰੂ ਤੇਗ ਬਹਾਦਰ ਸਾਹਿਬ ਦੇ ਗ੍ਰਹਿ ਵਿਖੇ, ਜਿਹਦੇ ਵਰਗਾ ਅੱਜ ਤੱਕ ਨਾ ਕੋਈ ਸੰਸਾਰ ਤੇ ਹੋਇਆ ਤੇ ਨਾ ਰਹਿੰਦੀ ਦੁਨੀਆ ਤੱਕ ਹੋ ਸਕੇਗਾ। ਤੋ ਉਹ ਦਾਤਾ, ਉਹ ਧੰਨ ਗੁਰੂ ਕਲਗੀਧਰ ਸਾਹਿਬ ਮਹਾਰਾਜ, ਜਿਨ੍ਹਾਂ ਦੇ ਬਾਬਤ ਫਿਰ ਅੱਲਾ ਯਾਰ ਖਾਂ ਜੋਗੀ ਨੇ ਬੋਲ ਲਿਖੇ ਨੇ। ਉਹ ਕਹਿੰਦਾ ਹੈ ਕਿ ਕਰਤਾਰ ਕੀ ਸੌਗੰਧ ਹੈ, ਨਾਨਕ ਕੀ ਕਸਮ ਹੈ, ਜਿਤਨੀ ਵੀ ਹੋ ਗੋਬਿੰਦ ਕੀ ਤਾਰੀਫ वो कम है। ਕਹਿੰਦੇ ਇੱਕ ਆਂਖ ਸੇ ਬੁਲਬੁਲਾ ਕਿਆ ਕੁਲ ਬਹਿਰ ਕੋ ਦੇਖੇ। ਕਹਿੰਦੇ ਭਾਵੇਂ ਮੇਰੇ ਹੱਥ ਦੇ ਵਿੱਚ ਹਰ ਚੰਦ ਮੇਰੇ ਹੱਥ ਮੇਂ ਪੁਰਜ਼ੋਰ ਕਲਮ ਹੈ, ਸਤਿਗੁਰੂ ਕੇ ਲਿਖੂੰ ਵਸਬ ਕਹਾਂ ਤਾਬੇ ਰਕਮ ਹੈ। ਇੱਕ ਆਂਖ ਸੇ ਬੁਲਬੁਲਾ ਕਿਆ ਕੁਲ ਬਹਿਰ ਕੋ ਦੇਖੇ, ਸਾਹਿਲ ਕੋ ਕਹਿੰਦੇ, ਸਾਹਿਲ ਕਹਿੰਦੇ ਨੇ ਕਿਨਾਰੇ ਨੂੰ, ਸਾਹਿਲ ਕੋ ਮੰਝ ਧਾਰ ਕੋ ਲਹਿਰ ਕੋ ਦੇਖੇ। ਕਹਿੰਦੇ ਮੈਂ ਕਿੰਨੀ ਕੁ ਸਿਫਤ ਕਰਾਂ। ਫਿਰ ਉਹਨਾਂ ਨੇ ਇਹ ਵੀ ਕਿਹਾ, ਕਹਿੰਦੇ ਇਨਸਾਫ ਕਰੇ ਜੀ में जमाना तो यकीं है, कह दो गुरु गोबिंद सिंह का सानी ही नहीं है। तो ਇਹ ਸਮਾਂ ਆਇਆ। ਮਹਾਰਾਜ ਨੇ ਜਦੋਂ ਇਹ ਬਚਨ ਲਿਖਦੇ ਨਾ, ਤਾਤ ਮਾਤ ਮੁਰ ਅਲਖ ਰਾਧਾ, ਬਹੁਵਿਧ ਜੋਗ ਸਾਧਨਾ ਸਾਧਾ, ਤਿੰਨ ਜੋ ਕਰੀ ਅਲਖ ਕੀ ਸੇਵਾ, ਤਾਂ ਤੇ ਭਏ ਪ੍ਰਸੰਨ ਗੁਰਦੇਵਾ। ਕਹਿੰਦੇ ਉਹ ਮਾਲਕ ਜਿਹੜਾ ਹੈ ਉਹ ਪ੍ਰਸੰਨ ਹੋਇਆ।
ਫਿਰ ਅੱਗੇ ਕਹਿੰਦੇ ਮੁਰ ਪਿਤ ਪੂਰਬ ਕੀਸ ਪਿਆਨਾ, ਭਾਂਤ ਭਾਂਤ ਕੇ ਤੀਰਥ ਨਾਨਾ। ਕਹਿੰਦੇ ਮਹਾਰਾਜ ਫਿਰ ਸਾਡੇ ਪਿਤਾ ਜੀ ਹੋਣਾ ਨੇ ਪੂਰਬ ਵਾਲੇ ਪਾਸੇ ਨੂੰ ਪਿਆਨਾ ਕੀਤਾ, ਭਾਵ ਕਿ ਯਾਤਰਾ ਆਰੰਭ ਕੀਤੀ। ਮਹਾਰਾਜ ਪੂਰਬ ਵਾਲੇ ਪਾਸੇ ਨੂੰ ਗਏ, ਪਟਨਾ ਸਾਹਿਬ ਵਾਲੇ ਪਾਸੇ ਨੂੰ, ਔਰ ਉੱਥੇ ਜਾ ਕੇ ਫਿਰ ਮਹਾਰਾਜ ਇਹ ਵੀ ਲਿਖਦੇ ਆ ਬਚਨ ਅੱਗੇ, ਤਹੀਂ ਪ੍ਰਕਾਸ਼ ਹਮਾਰਾ ਭਇਓ, ਪਟਨਾ ਸ਼ਹਿਰ ਵਿਖੇ ਭਵ ਲਿਓ। ਕਹਿੰਦੇ ਫਿਰ ਉੱਥੇ ਹੀ ਸਾਡਾ ਪ੍ਰਕਾਸ਼ ਪਟਨਾ ਸ਼ਹਿਰ ਦੇ ਵਿੱਚ ਮਹਾਰਾਜ ਨੇ ਨਾਲ ਸ਼ਬਦ ਵਰਤਿਆ। ਮਹਾਰਾਜ ਉਸ ਪਟਨਾ ਸਾਹਿਬ ਦੀ ਧਰਤੀ ਤੇ ਪਹੁੰਚੇ ਪਰਿਵਾਰ ਸਮੇਤ, ਗੁਰੂ ਤੇਗ ਬਹਾਦਰ ਸਾਹਿਬ, ਜਿੱਥੇ ਪਹਿਲੇ ਜਾਮੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਚਰਨ ਪਾਏ। ਉਸ ਧਰਤ ਨੂੰ ਜਦੋਂ ਸਤਿਗੁਰਾਂ ਨੇ ਜਾ ਕੇ ਨਵਾਜਿਆ, ਅੱਜ ਪਟਨਾ ਸਾਹਿਬ ਆਪਾਂ ਦਰਸ਼ਨ ਕਰਦੇ ਹਾਂ ਗੁਰੂ ਨਾਨਕ ਸਾਹਿਬ ਜੀ ਨੇ ਜਿੱਥੇ ਚਰਨ ਪਾਏ। ਫਿਰ ਅਗਾਂਹ ਰਾਜਗੀਰ ਚਲੇ ਜਾਈਏ, ਜਿੱਥੇ ਬਾਕੀ ਸਾਰੇ ਕੁੰਡ ਜਿਹੜੇ ਨੇ ਉਹ ਗਰਮ ਨੇ, ਅੱਜ ਵੀ ਤਪਦੇ ਨੇ, ਪਰ ਜਿਹੜਾ ਕੁੰਡ ਜਿੱਥੇ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਉਹ ਅੱਜ ਵੀ ਉਸੇ ਤਰ੍ਹਾਂ ਠੰਡਾ, ਬਖਸ਼ਿਸ਼ ਅੱਜ ਵੀ ਉਸੇ ਤਰ੍ਹਾਂ ਵਰਤ ਰਹੀ। ਉਸ ਧਰਤੀ ਤੇ ਜਾ ਕੇ ਜਿੱਥੇ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਸਾਲਸਰਾਏ ਵਰਗੇ ਜੌਹਰੀ ਨੂੰ ਜੀਵਨ ਦੀ ਜਾਚ ਦਿੱਤੀ ਵੀ ਅਸਲ ਜਿਹੜਾ ਜਨਮ ਤੇਰਾ ਹੀਰਾ ਰਤਨ ਹੈ, ਇਹਦੀ ਵੀ ਪਹਿਚਾਨ ਕਰੋ, ਇਹਨੂੰ ਸੰਭਾਲਣਾ ਕਰੋ, ਇਹਨੂੰ ਵੇਖਣਾ ਕਰੋ। ਅੱਜ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਪਰਿਵਾਰ ਸਮੇਤ ਉੱਥੇ ਪਹੁੰਚੇ ਤੇ ਪਹਿਲਾ ਟਿਕਾਣਾ ਜਾ ਕੇ ਜਿਹੜਾ ਸੀ ਉਸ ਸੇਠ ਵਾਲੇ ਪਾਸੇ ਕੀਤਾ, ਜਿਸ ਨੂੰ ਅਕਸਰ ਲੋਕ ਜਿਹੜਾ ਹੈ ਉਹਦੀ ਕਿਰਿਆ ਬਹਿਰੂਨੀ ਵੇਖ ਕੇ ਆਖਦੇ ਸਨ ਵੀ ਇਹ ਤਾਂ ਜੀ ਕਦੇ ਇਸ਼ਨਾਨ ਪਾਨ ਨਹੀਂ ਕਰਦਾ। ਮਹਾਰਾਜ ਕਹਿੰਦੇ ਅਸਲ ਵਿੱਚ ਇਹਨੂੰ ਹੁਣ ਗੰਗਾ ਤੇ ਜਾਣ ਦੀ ਲੋੜ ਨਹੀਂ ਪੈਂਦੀ, ਗੰਗਾ ਇਹਦੇ ਕੋਲੇ ਚੱਲ ਕੇ ਆਉਂਦੀ। ਅੱਜ ਆਪਾਂ ਉੱਥੇ ਗੁਰਦੁਆਰਾ ਗਊ ਘਾਟ ਦੇ ਵੀ ਦਰਸ਼ਨ ਕਰਦੇ। ਤੋ ਜੋ ਤਖਤ ਸ੍ਰੀ ਹਰਿਮੰਦਰ ਸਾਹਿਬ, ਸ਼ਹਿਰ ਦਾ ਨਾਮ ਪਟਨਾ ਹੈ, ਸਾਹਿਬ ਅਸੀਂ ਸਤਿਕਾਰ ਨਾਲ ਲਾਉਣੇ ਆ, ਕਿਉਂਕਿ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ। ਸਾਹਿਬ ਅਸੀਂ ਸ਼ਬਦ ਤਾਂ ਲਾਉਣੇ, ਤਖਤ ਪਟਨਾ ਸਾਹਿਬ ਨਹੀਂ ਹੈ। ਤਖਤ ਦਾ ਨਾਮ ਜਿਹੜਾ ਹੈ ਉਹ ਹਰਿਮੰਦਰ ਸਾਹਿਬ ਹੈ, ਸ਼ਹਿਰ ਦਾ ਨਾਮ ਜਿਹੜਾ ਉਹ ਨਾਲ ਪਟਨਾ ਸਾਹਿਬ ਲਾਇਆ ਜਾਂਦਾ ਹੈ। ਤੋ ਇਸੇ ਕਰਕੇ ਤਖਤ ਸ੍ਰੀ ਹਰਿਮੰਦਰ ਸਾਹਿਬ ਪਟਨਾ ਸਾਹਿਬ ਉਹ ਥਾਂ ਜਿੱਥੇ ਪਹਿਲਾਂ ਉਸ ਗੁਰੂ ਕੇ ਪਿਆਰੇ ਦੇ ਘਰ ਜਗ੍ਹਾ ਘਟ ਗਈ, ਤਾਂ ਫਿਰ ਇੱਥੇ ਸਾਲਸਰਾਏ ਦਾ ਹੀ ਪਰਿਵਾਰ ਸੀ। ਰਾਜਾ ਫਤਿਹ ਚੰਦ ਮੈਣੀ ਉਹਦਾ ਅੱਗੋਂ ਜਿਹੜਾ ਹੈ ਗੋਤਰ ਸੀ। ਉਹਨਾਂ ਦੇ ਗ੍ਰਹਿ ਵਿਖੇ ਜਦੋਂ ਟਿਕਾਣਾ ਉਸ ਹਵੇਲੀ ਵਿੱਚ ਥਾਂ ਦਿੱਤੀ, ਪਰਿਵਾਰ ਨੇ ਟਿਕਾਣਾ ਕੀਤਾ। ਮਹਾਰਾਜ ਦੇ ਕੋਲ ਮਿਰਜ਼ਾ ਰਾਜਾ ਜੈ ਸਿੰਘ ਦਾ ਸਪੁੱਤਰ ਕੁੰਵਰ ਮਿਰਜ਼ਾ ਰਾਮ ਸਿੰਘ ਆਇਆ ਇੱਥੇ, ਜਿਹਨੂੰ ਔਰੰਗਜ਼ੇਬ ਨੇ ਖਾਸ ਕਰਕੇ ਅਸਾਮ ਦੀ ਮੁਹਿੰਮ ਤੇ ਭੇਜਿਆ ਹੈ। ਤਾਂ ਉਧਰ ਕਿਉਂਕਿ ਅਹੋਮੀਆਂ ਦੇ ਨਾਲ ਜੰਗ ਯੁੱਧ, ਤਾਂ ਉਹਨੇ ਆ ਕੇ ਸ਼ਰਨ ਮੰਗੀ ਹੈ, ਮਹਾਰਾਜ ਉੱਥੇ ਤਾਂ ਜਾਦੂ ਵਾਲੇ ਐਸਾ ਕੋਈ, ਤੁਸੀਂ ਕਿਰਪਾ ਕਰੋ, ਸਾਨੂੰ ਰਹਿਮਤ ਕਰੋ, ਸਾਡੇ ਨਾਲ ਚੱਲੋ। ਮਹਾਰਾਜ ਉੱਥੇ ਤਾਂ ਅੱਜ ਤੱਕ ਕਿੰਨੇ ਖੱਪ ਗਏ, ਖਤਮ ਹੋ ਗਿਆ, ਤੁਸੀਂ ਜਾਓਗੇ ਤਾਂ ਬਚਾ ਹੋ ਸਕਦਾ। ਫਿਰ ਗੁਰੂ ਤੇਗ ਬਹਾਦਰ ਸਾਹਿਬ ਵੇਖੋ, ਇੰਨੇ ਸਾਲਾਂ ਬਾਅਦ ਘਰ ਵਿੱਚ ਪੁੱਤਰ ਦੀ ਆਮਦ ਹੋਣੀ ਸੀ, ਸੰਤਾਨ ਦੀ ਆਮਦ ਹੋਣੀ ਆ, ਪਰ ਮਹਾਰਾਜ ਸੰਸਾਰ ਦੇ ਜਗਤ ਦੇ ਭਲੇ ਵਾਸਤੇ ਉਹਨਾਂ ਦੇ ਨਾਲ ਚੱਲ ਪਏ। ਢਾਕੇ ਦੀ ਧਰਤੀ ਤੇ ਜੇ ਪਹੁੰਚੇ ਸਨ, ਜੋ ਅੱਜ ਕੱਲ੍ਹ ਬੰਗਲਾਦੇਸ਼ ਦੀ ਰਾਜਧਾਨੀ ਹੈ। ਉੱਥੇ ਮਹਾਰਾਜ ਜੀ ਨੂੰ ਫਿਰ ਉਸ ਵਕਤ ਸੁਨੇਹਾ ਮਿਲਿਆ ਉਸ ਦੀ 7ਵੀਂ ਦਾ ਕਿ ਤੁਹਾਡੇ ਗ੍ਰਹਿ ਵਿਖੇ 1666 ਈਸਵੀ ਸਨ ਤੁਹਾਡੇ ਗ੍ਰਹਿ ਵਿਖੇ ਇਸ ਪੁੱਤਰ ਦੀ ਆਮਦ ਹੋਈ ਹੈ, ਜੋ ਮਹਾਰਾਜ ਜੀ ਨੇ ਲਿਖਿਆ ਕਿ ਤਹੀਂ ਪ੍ਰਕਾਸ਼ ਹਮਾਰਾ ਭਇਓ, ਪਟਨਾ ਸ਼ਹਿਰ ਵਿਖੇ ਭਵ ਲਿਓ। ਧੰਨ ਮਾਤਾ ਗੁਜਰੀ ਜੀ ਹੋਣਾ ਦੀ ਕੁੱਖ ਤੋਂ ਧੰਨ ਗੁਰੂ ਕਲਗੀਧਰ ਸਾਹਿਬ ਮਹਾਰਾਜ ਜੀ ਦਾ ਅੱਜ ਦੇ ਦਿਹਾੜੇ ਪਾਵਨ ਪਵਿੱਤਰ ਪ੍ਰਕਾਸ਼ ਤਖਤ ਸ੍ਰੀ ਹਰਿਮੰਦਰ ਸਾਹਿਬ ਪਟਨਾ ਸਾਹਿਬ ਦੀ ਉਸ ਪਾਵਨ ਧਰਤੀ ਦੇ ਉੱਤੇ ਹੋਇਆ। ਔਰ ਉਹ ਬਚਨ ਵੀ ਪੂਰੇ ਹੋਏ ਜਿਹੜੇ ਪਹਿਲੇ ਜਾਮੇ ਵਿੱਚ ਮਹਾਰਾਜ ਨੇ ਸਾਲਸਰਾਏ ਜੌਹਰੀ ਨਾਲ ਕੀਤੇ ਸਨ। ਜਦੋਂ ਸਾਹਿਬ ਉੱਥੇ ਕੁਝ ਸਮਾਂ ਰਹੇ ਤੇ ਉਹਨੇ ਆਖਿਆ ਜੀ ਅਜੇ ਤਾਂ ਚਿੱਤ ਨਹੀਂ ਭਰਿਆ ਤੁਹਾਡੇ ਦੀਦਾਰ ਕਰ ਕਰ। ਮਹਾਰਾਜ ਕਹਿੰਦੇ ਫਿਰ ਆਵਾਂਗੇ 10ਵੇਂ ਜਾਮੇ ਵਿੱਚ, ਔਰ ਤੁਹਾਡੇ ਘਰ ਇੱਕ ਦਿਨ ਨਹੀਂ, ਇੱਕ ਹਫ਼ਤਾ, ਇੱਕ 2 ਮਹੀਨੇ ਨਹੀਂ, ਕਈ ਸਾਲ ਰਹਿ ਕੇ ਅਸੀਂ ਇਸ ਤੁਹਾਡੇ ਘਰ ਦੇ ਵਿੱਚ ਬਚਪਨ ਦੀਆਂ ਖੇਡਾਂ ਖੇਡਣੀਆਂ ਨੇ। ਔਰ ਤੁਹਾਡੇ ਘਰ ਨੂੰ ਜਿਹੜਾ ਇਹ ਫਿਰ ਇਹ ਇੱਥੋਂ 1-2 ਦਿਨ ਦੀ ਖੇਡ ਨਹੀਂ, ਇਹ ਸदैव ਵਾਸਤੇ ਗੁਰੂ ਦਾ ਘਰ ਬਣ ਜਾਏਗਾ। ਤੇ ਅੱਜ ਆਪਾਂ ਉੱਥੇ ਜਾ ਕੇ ਨਮਸਕਾਰ ਕਰਦੇ ਹਾਂ, ਉਹ ਸਦਾ ਵਾਸਤੇ ਗੁਰੂ ਦਾ ਘਰ ਬਣ ਗਿਆ। ਅੱਜ ਫਿਰ ਮਾਤਾ ਨਾਨਕੀ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸੁਨੇਹਾ ਭੇਜਿਆ ਗਿਆ, ਬੜੀ ਖੁਸ਼ੀ ਕੀਤੀ ਆਗਰੇ। ਉੱਥੇ ਢਾਕੇ ਦੀ ਸੰਗਤ ਨੇ ਬੜੀ ਪ੍ਰਸੰਨਤਾ ਜ਼ਾਹਰ ਕੀਤੀ ਔਰ ਮਹਾਰਾਜ ਜੀ ਨੇ ਆਖਿਆ ਵੀ ਨਾਮ ਜਿਹੜਾ ਹੈ ਗੋਬਿੰਦ ਰਾਏ, ਕੁਝ ਥਾਵਾਂ ਤੇ ਗੋਬਿੰਦ ਦਾਸ ਵੀ ਆਉਂਦਾ ਹੈ,
ਇਹ ਸ਼ਬਦ ਵੀ ਜਿਹੜਾ ਮਹਾਰਾਜ ਆਪਣੇ ਆਪ ਨੂੰ ਦਾਸ ਵੀ ਆਖਦੇ। ਸਾਹਿਬ ਨੇ ਲਿਖਿਆ ਨਾ, ਮੈਂ ਹੋ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ। ਕਹਿੰਦੇ ਮੈਂ ਉਸ ਪਰਮ ਪੁਰਖ ਪਿਤਾ ਪਰਮੇਸ਼ਰ ਵਾਹਿਗੁਰੂ ਦਾ ਦਾਸ, ਮੈਂ ਇਸ ਜਗਤ ਦੇ ਤਮਾਸ਼ੇ ਉਹਦੀ ਰਚਨਾ ਨੂੰ ਵੇਖਣ ਵਾਸਤੇ ਆਇਆ। ਤਾਂ ਅੱਜ ਕਹਿੰਦੇ ਮਾਤਾ ਨਾਨਕੀ ਜੀ ਹੋਣਾ ਨੇ ਉਹ ਕਟਾਰ ਜਿਵੇਂ ਗੁੜਤੀ ਦੇਈ ਦੀ ਨਾ ਬੱਚੇ ਨੂੰ, ਇਸ ਤਰ੍ਹਾਂ ਮਾਤਾ ਨਾਨਕੀ ਜੀ ਹੋਣਾ ਨੇ ਅੱਜ ਦਾਦੀ ਅੰਮਾ ਨੇ ਉਹ ਕਟਾਰ ਕਲਗੀਧਰ ਪਿਤਾ ਮਹਾਰਾਜ ਜੀ ਨੂੰ ਦਿੰਦਿਆਂ 1644 ਦੀ ਉਹ ਪਕੜਾਈ ਹੋਈ। ਤੇ ਕਮ ਸੇ ਕਮ ਇਹ ਤੁਸੀਂ ਵੇਖ ਲਓ ਵੀ 22 ਸਾਲ ਮਾਤਾ ਨਾਨਕੀ ਨੇ ਉਹ ਕਟਾਰ ਸੰਭਾਲ ਕੇ ਰੱਖੀ, ਜੋ ਕੀਰਤਪੁਰ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਖਸ਼ੀ ਕਿ ਸਾਡੇ ਪੋਤਰੇ ਨੂੰ ਦੇਵੀਂ, ਜਿਹਦੇ ਵਰਗਾ ਸੰਸਾਰ ਤੇ ਨਾ ਕੋਈ ਹੋਇਆ ਤੇ ਨਾ ਹੋਏਗਾ। ਅੱਜ ਉਹ ਕਟਾਰ ਜਿਹੜੀ ਹੈ ਪਕੜਾਉਂਦਿਆਂ ਆਖਿਆ, ਲੈ ਭਾਈ ਇਹ ਤੇਰੇ ਦਾਦੇ ਦੀ ਅਮਾਨਤ ਤੇ ਤੇਰੇ ਤੱਕ ਪਹੁੰਚ ਗਈ, ਇਹ ਸੰਭਾਲ ਲਾ। ਜਦੋਂ ਉਸ ਦਾਤ ਨੂੰ ਉਹਨਾਂ ਨੇ ਸੰਭਾਲਿਆ, ਇਹ ਦਾਤ ਜਿਹੜੀ ਹੈ ਬਖਸ਼ਿਸ਼ ਕੀਤੀ। ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ 5 ਸਾਲ ਦਾ ਸਮਾਂ ਅਸੀਂ ਵੇਖਦੇ ਹਾਂ, ਕਿਉਂਕਿ ਪ੍ਰਕਾਸ਼ ਹੋਇਆ ਤੇ ਭੀਖਣ ਸ਼ਾਹ ਵਰਗਾ ਜਿਹੜਾ ਪੀਰ ਭੀਖਣ ਸ਼ਾਹ ਅਸੀਂ ਕਹਿੰਦੇ ਹਾਂ, ਘੁੜਾਮ ਤੋਂ ਪਟਿਆਲੇ ਦੇ ਨੇੜੇ ਤੋਂ ਵੇਖੋ ਚੱਲ ਕੇ ਅੱਜ ਉਹਨੇ ਨਮਾਜ਼ ਜਿਹੜੀ ਹੈ ਪੱਛਮ ਵੱਲ ਸਜਦਾ ਕਰਨ ਦੀ ਬਜਾਏ ਪੂਰਬ ਵੱਲ ਕੀਤਾ। ਤੇ ਜੇ ਪੁੱਛਿਆ ਉਹਨਾਂ ਦੇ ਮੁਰੀਦਾਂ ਸੇਵਕਾਂ ਨੇ ਵੀ ਪੀਰ ਜੀ ਅੱਜ ਇਹ ਕੀ, ਕਹਿੰਦੇ ਜਿਸ ਖੁਦਾ ਦੀ ਇਬਾਦਤ ਕਰਦੇ ਆਂ ਅੱਜ ਉਹ ਖੁਦਾ ਦਾ ਨੂਰ ਪੱਛਮ ਦੀ ਬਜਾਏ ਪੂਰਬ ਵੱਲ ਉਤਰ ਆਇਆ। ਤਸੱਲੀ ਕਰਾਉਣ ਵਾਸਤੇ ਪੈਦਲ ਚੱਲ ਪਏ, ਜਾ ਕੇ ਮਹਾਰਾਜ ਜੀ ਦੇ ਦੀਦਾਰ ਕੀਤੇ। ਹੁਣ ਵੇਖੋ ਫਕੀਰ ਨੇ ਰਮਜ਼ ਕਿਉਂ ਵਰਤੀ। ਅਸੀਂ ਸੋਚਾਂਗੇ ਵੀ ਕੁਝੀਆਂ ਕਿਉਂ ਅੱਗੇ ਕੀਤੀਆਂ, ਉਹਦਾ ਕਾਰਨ ਇਹ ਸੀ ਕਿ ਸਤਿਗੁਰਾਂ ਦੀ ਸਰੀਰ ਕਾਰਬਲਾ ਅਜੇ ਇੰਨੀ ਛੋਟੀ ਵੀ ਉਹ ਬੋਲਦੇ ਤਾਂ ਹੈ ਨਹੀਂ, ਇਸੇ ਕਰਕੇ ਉਹਨੇ ਇਸ਼ਾਰੇ ਵਿੱਚ ਹੀ ਪੁੱਛਿਆ ਤੇ ਮਾਲਕ ਨੇ ਵੀ ਅੱਗੋਂ ਇਸ਼ਾਰੇ ਵਿੱਚ ਹੀ ਜਵਾਬ ਦਿੱਤਾ। ਪੀਰ ਨੇ ਅਰਜ਼ੋਈ ਕੀਤੀ, ਮਹਾਰਾਜ ਅੱਜ ਨਾ ਤੁਸੀਂ ਕੋ ਰਸਨਾ ਤੋਂ ਕਹਿ ਕੇ ਬੋਲ ਕਰਨਾ ਆ, ਤਾਂ ਮੈਂ ਵੀ ਕਿਉਂ ਬੋਲ ਕੇ ਕਵਾਂ, ਮੈਂ ਵੀ ਰਮਜ ਵਿੱਚ ਪੁੱਛਦਾ ਆ। ਅੱਜ ਤੱਕ ਪੀਰ ਫਕੀਰ ਆਏ, ਕੋਈ ਕਹਿੰਦਾ ਮੈਂ ਹਿੰਦੂਆਂ ਦਾ ਹਾਂ, ਕੋਈ ਕਹਿੰਦਾ ਮੈਂ ਮੁਸਲਮਾਨਾਂ ਦਾ ਹਾਂ। ਦਾਤਾ ਕਿਰਪਾ ਕਰੋ, ਤੁਸੀਂ ਕਿਹਦੇ ਨਾਲ ਖੜੋਵੋਗੇ? ਤੇ ਸਤਿਗੁਰੂ ਮਹਾਰਾਜ ਜੀ ਨੇ ਜੋ ਪਹਿਲੇ ਜਾਮੇ ਵਿੱਚ ਆਖਿਆ ਨਾ, ਜਦੋਂ ਉੱਥੇ ਵੀ ਫੈਸਲਾ ਲੈਣਾ ਸੀ ਤੇ ਪੁੱਛਿਆ ਨਾ ਕਿ ਪੁੱਛਣ ਫੋਲ ਕਿਤਾਬ ਨੂੰ ਹਿੰਦੂ ਵੱਡਾ ਕਿ ਮੁਸਲਮਾਨ ਹੋਈ, ਤੇ ਪਹਿਲੇ ਜਾਮੇ ਵਿੱਚ ਇਹੋ ਹੀ ਜੋਤ ਕਹਿੰਦੀ ਹੈ, ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਝੋਂ ਦੋਨੋਂ ਰੋਈ। ਤੇ ਅੱਜ ਵੀ ਉਸ ਦਾਤੇ ਨੇ ਦੋਨਾਂ ਕੁੱਜੀਆਂ ਤੇ ਹੱਥ ਰੱਖ ਦਿੱਤੇ, ਕਿਉਂਕਿ ਜਿਸ ਮਾਲਕ ਨੇ ਬਚਨ ਆਪਣੀ ਰਸਨਾ ਤੇ ਕਹੇ ਕਿ ਕੋਊ ਭਇਓ ਮੁੰਡਿਆ ਸੰਨਿਆਸੀ ਕੋਊ, ਕਹਿੰਦੇ ਕੋਈ ਮੁੰਡਿਆ ਜਿਹੜਾ ਹੈ, ਕੋਈ ਜੋਗੀ ਕੋਊ ਬ੍ਰਹਮਚਾਰੀ, ਕਹਿੰਦੇ ਕੋਈ ਬ੍ਰਹਮਚਾਰੀ ਹੋਇਆ। ਕੋਊ ਭਇਓ ਮੁੰਡਿਆ ਸੰਨਿਆਸੀ ਕੋਊ ਬ੍ਰਹਮਚਾਰੀ ਕੋਊ ਜਤੀ ਅਨੁਮਾਨ ਬੋ, ਕਹਿੰਦੇ ਰਾਫਜੀ ਇਮਾਮ ਸਾਫੀ, ਕੋਈ ਜਿਹੜਾ ਹਿੰਦੂ ਤੁਰਕ ਕੋਊ ਰਾਫਜੀ ਇਮਾਮ ਸਾਫੀ, ਮਾਨਸ ਕੀ ਜਾਤ ਸਭੇ ਕੇ ਪਹਿਚਾਨ ਬੋ। ਉਹ ਮਾਲਕ ਦਾਤੇ ਨੇ ਮਨੁੱਖਤਾ ਦਾ ਜਿਹੜਾ ਹੈ ਭਲਾ ਸਤਿਗੁਰਾਂ ਆਖਿਆ ਸਾਰਿਆਂ ਵਿੱਚ ਹੀ ਇੱਕ ਹੈ। ਤੋ ਉਸ ਸਾਹਿਬ ਸੱਚੇ ਪਾਤਸ਼ਾਹ ਨੇ ਫਿਰ ਜਿਹੜੀਆਂ ਰਹਿਮਤਾਂ ਖਾਲਸੇ ਦੀ ਸਾਜਣਾ। ਇੱਕ ਬੇਨਤੀ ਅਖੀਰ ਤੇ ਕਿ ਅਸੀਂ ਕਿੰਨੇ 14 ਜੰਗਾਂ ਮਹਾਰਾਜ ਨੇ ਲੜੀਆਂ, ਪਰ ਇੱਕ ਚੇਤਾ ਜ਼ਰੂਰ ਰੱਖਿਓ, 14 ਵਿੱਚੋਂ ਇੱਕ ਵੀ ਐਸੀ ਜੰਗ ਤੁਹਾਨੂੰ ਨਹੀਂ ਮਿਲੇਗੀ ਜਿਹੜੀ ਗੁਰੂ ਪਾਤਸ਼ਾਹ ਨੇ ਸ਼ੁਰੂ ਕੀਤੀ ਹੋਵੇ। ਹਾਂ, ਚੜ੍ਹ ਕੇ ਜਿਹੜਾ ਆਇਆ ਉਹਦਾ ਜਵਾਬ ਦਿੱਤਾ। ਮਹਾਰਾਜ ਆਪ ਚੜ੍ਹ ਕੇ ਨਹੀਂ ਕਿਸੇ ਤੇ ਗਏ, ਕਿਉਂਕਿ ਸਤਿਗੁਰੂ ਕਹਿੰਦੇ ਖਾਲਸਾ ਅਮਨ ਚਾਹੁੰਦਾ ਹੈ, ਸ਼ਾਂਤੀ ਚਾਹੁੰਦਾ ਹੈ। ਸਾਡੇ ਅੰਦਰ ਭਾਵਨਾ, ਜਿਵੇਂ ਭਾਈ ਸਾਹਿਬ ਭਾਈ ਨੰਦ ਲਾਲ ਜੀ ਵੇਖਦੇ ਨੇ, ਉਹ ਕਹਿੰਦੇ ਦਾਤਾ ਮੈਂ ਜਦੋਂ ਤੇਰੇ ਦਰਸ਼ਨ ਕਰਦਾ ਹੈ, ਤੇਰੇ ਕੇਸਾਂ ਦੀ ਇੱਕ ਲਿੱਟ ਵਿੱਚ 2 ਜਹਾਨ ਵੱਜੇ ਹੋਏ ਨੇ। ਤਾਂ ਕਰਕੇ ਕਹਿੰਦੇ ਮਾਲਕ ਜੀ ਤੇਰੀ ਜਿਹੜੀ ਇੱਕ ਕੇਸਾਂ ਦੀ ਲਿੱਟ ਹੈ, ਜਦੋਂ ਮੈਂ ਤੇਰਾ ਦੀਦਾਰ ਕਰਦਾ ਮੈਂ ਇਸ ਭਾਵਨਾ ਦੇ ਨਾਲ ਕਰਦਾ ਹਾਂ ਕਿ ਹਰ ਦੋ ਆਲਮ ਕੀਮਤ ਤੇ ਯਕ ਤਾਰ ਮੂਏ ਯਾਰ ਮਾਂ, ਦੀਨ ਦੁਨੀਆ ਦਰ ਕਮੰਦੇ ਆ ਪਰੀ ਰੁਖਸਾਰੇ ਮਾਂ, ਹਰ ਦੋ ਆਲਮ ਕੀਮਤ ਤੇ ਯਕ ਤਾਰ ਮੂਏ ਯਾਰ। ਮੈਂ ਇਸ ਭਾਵਨਾ ਨਾਲ ਕਿਤੇ ਗੁਰੂ ਨੂੰ ਵੇਖੀਏ। ਸਾਡੇ ਅੰਦਰ ਵੀ ਉਹੋ ਜਿਹੀ ਸ਼ਰਧਾ, ਜਿਵੇਂ ਪੰਡਿਤ ਸ਼ਿਵਦੱਤ ਨੇ ਦਰਸ਼ਨ ਕੀਤੇ ਔਰ ਜਿਸ ਢੰਗ ਨਾਲ ਰਾਣੀ ਮੈਣੀ ਦੇ ਅੰਦਰ ਭਾਵਨਾ ਪੈਦਾ ਹੋਈ, ਰਾਜਾ ਫਤਿਹ ਚੰਦ ਦੇ ਅੰਦਰ ਪੈਦਾ ਹੋਈ, ਅਸੀਂ ਵੀ ਜਦੋਂ ਇਹੋ ਜਿਹਾ ਪ੍ਰੇਮ ਆਪਣੇ ਅੰਦਰ ਪੈਦਾ ਕਰਾਂਗੇ ਫਿਰ ਉਹ ਮਾਲਕ ਬਖਸ਼ਿਸ਼ ਕਰੇਗਾ। ਉਹ ਦਾਤਾ ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਹੱਕ ਹੱਕ ਅੰਦੇਸ਼, ਗੁਰ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼, ਗੁਰ ਗੋਬਿੰਦ ਸਿੰਘ ਐਸੇ ਦੀਨ ਦਿਆਲ ਪਿਤਾ ਗੁਰਦੇਵ ਧੰਨ ਗੁਰੂ ਕਲਗੀਧਰ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਬਹੁਤ ਬਹੁਤ ਮੁਬਾਰਕਾਂ, ਵਧਾਈਆਂ ਹੋਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।